ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾਂ ਨਾ ਖਾਏ ਖਾਏ, ਮੰਨੈ ਮੋਹਿ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪਾਂ ਸਾਰੇ ਅੰਮ੍ਰਿਤ ਵੇਲੇ ਦੇ ਸੁਭਾਗੇ ਸਮੇਂ ਜੁੜੇ ਹਾਂ। ਆਓ ਗੁਰੂ ਪਿਆਰਿਓ, ਸਾਰੇ ਰਲ ਮਿਲ ਕਰਕੇ ਉਸ ਵਾਹਿਗੁਰੂ ਦੇ ਸੋਹਿਲੇ ਗਾਈਏ, ਉਸ ਵਾਹਿਗੁਰੂ ਦੀ ਉਸਤਤ ਦੇ ਵਿੱਚ ਜੁੜੀਏ। ਕਿਉਂਕਿ ਉਸ ਵਾਹਿਗੁਰੂ ਦੀ ਗੱਲ ਕਰਨੀ, ਉਸ ਵਾਹਿਗੁਰੂ ਦੀ ਬਾਤ ਕਰਨੀ ਉਹਦੀ ਉਸਤਤ ਹੈ। ਕਈ ਵਾਰੀ ਸਾਡਾ ਕੋਈ ਪਿਆਰਾ, ਸਾਡਾ ਕੋਈ ਸਨੇਹੀ ਵਿਦੇਸ਼ ਹੋਵੇ, ਦੂਰ ਹੋਵੇ, ਤੇ ਆਪਾਂ ਉਹਦੇ ਦੂਰ ਬੈਠੇ ਤੋਂ ਵੀ ਉਹਦੀਆਂ ਗੱਲਾਂ ਕਰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਪਰ ਜਿੰਨਾ ਚਿਰ ਉਸ ਦੀ ਸੋਝੀ ਨਹੀਂ ਹੈ ਉਹ ਸਾਡੇ ਤੋਂ ਦੂਰ ਜਾਪਦਾ ਹੈ। ਉਹਦੀਆਂ ਗੱਲਾਂ ਕਰਨੀਆਂ, ਉਹਦੀ ਯਾਦ ਅੰਦਰ ਉਹਦੀ ਵਡਿਆਈ ਕਰਨੀ, ਉਸ ਦੀ ਉਸਤਤ ਕਰਨੀ, ਉਹਨੂੰ ਯਾਦ ਕਰਨਾ ਹੀ ਉਸ ਦਾ ਜਸ ਹੈ, ਉਸ ਦੀ ਵਡਿਆਈ ਹੈ। ਆਓ ਸਾਰੇ ਰਲ ਮਿਲ ਕਰਕੇ ਚੱਲ ਰਹੀ ਲੜੀਵਾਰ ਕਥਾ ਦੇ ਨਾਲ, ਜਿੱਥੇ ਸਾਨੂੰ ਆਤਮਿਕ ਜੀਵਨ ਦੀ ਜਾਂਚ ਮਿਲਣੀ ਹੈ, ਦੁਨਿਆਵੀ ਜੀਵਨ ਦੀ ਜਾਂਚ ਮਿਲਣੀ ਹੈ, ਉੱਥੇ ਇਹ ਵਾਹਿਗੁਰੂ ਦੀ ਵਡਿਆਈ ਵੀ ਹੈ, ਉਸਤਤ ਵੀ ਹੈ। ਆਓ ਜੀ, ਗੁਰੂ ਕਿਰਪਾ ਕਰੇ, ਆਸ਼ੀਸ਼ ਬਖਸ਼ੋ। ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਪਜੀ ਸਾਹਿਬ ਜੀ ਦੀ ਵਿਚਾਰ ਕਾਫੀ ਦਿਨਾਂ ਤੋਂ ਕਰ ਰਹੇ ਹਾਂ, ਤਕਰੀਬਨ ਕਈ ਦਿਨ ਹੋ ਚੱਲੇ ਨੇ। ਆਪਾਂ ਵਿਚਾਰਿਆ ਸੀ, ਮੰਨੇ ਕੀ ਗਤ ਕਹੀ ਨਾ ਜਾਏ। ਇਹ ਜਿਹੜੀ ਪੌੜੀ ਹੈ ਤੇ ਇਹਦੀ ਵਿਚਾਰ ਆਪਾਂ ਕਰ ਚੁੱਕੇ ਹਾਂ।
ਤੇ ਅੱਗੇ ਪਾਤਸ਼ਾਹ ਬਚਨ ਕਰਦੇ ਹਨ, ਮੰਨੈ ਸੁਰਤ ਹੋਵੈ ਮਨ ਬੁੱਧ। ਮੰਨੈ ਇੱਥੇ ਤੁਲਾਵਾਂ ਦੀ ਵਰਤੋਂ ਕੀਤੀ ਹੈ। ਦੂਸਰਾ ਧਿਆਨ ਇਹ ਵੀ ਰੱਖਣਾ ਹੈ, ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਨਾ ਗੁਰਮੁਖੋ, ਕੋਈ ਵੀ ਬਾਣੀ ਪੜ੍ਹਨੀ ਹੈ ਤੇ ਉਦੋਂ ਸਾਨੂੰ ਵਿਸਰਾਮਾਂ ਦਾ ਪਤਾ ਹੋਣਾ ਚਾਹੀਦਾ ਕਿ ਵਿਸਰਾਮ ਕਿੱਥੇ ਲੱਗਣਗੇ। ਤਾਂ ਹੀ ਤੇ ਸਿੱਖ ਜਗਤ ਦੇ ਅੰਦਰ ਗੁਰਬਾਣੀ ਸੰਥਿਆ ਦੀਆਂ ਰੀਤਾਂ ਚੱਲੀਆਂ ਵੀ ਸੰਥਿਆ ਜ਼ਰੂਰੀ ਹੈ। ਕਿਸੇ ਜਾਣਕਾਰ ਕੋਲੋਂ ਸਾਨੂੰ ਗੁਰਬਾਣੀ ਸਿੱਖ ਲੈਣੀ ਚਾਹੀਦੀ ਹੈ। ਕਦੇ ਵੀ ਇਹ ਗੱਲ ਸਿੱਖਣ ਦੀ ਕੋਈ ਸੀਮਾ ਨਹੀਂ ਹੁੰਦੀ ਤੇ ਸਿੱਖਣ ਦੀ ਕੋਈ ਉਮਰ ਵੀ ਨਹੀਂ ਹੁੰਦੀ। ਜਿਹੜਾ ਸਾਨੂੰ ਲੱਗਦਾ ਹੈ ਵੀ ਇਹ ਗੁਰਬਾਣੀ ਬਾਰੇ ਜਾਣਦਾ ਤੇ ਉਹਦੇ ਤੋਂ ਸਾਨੂੰ ਹਮੇਸ਼ਾ ਹੱਥ ਜੋੜ ਕੇ ਪੁੱਛ ਲੈਣਾ ਚਾਹੀਦਾ, ਗੁਰਮੁਖਾ ਮੈਨੂੰ ਆਹ ਗੱਲ ਸਮਝਾ ਦੇ। ਇਹਦੇ 'ਚ ਕਦੇ ਸ਼ਰਮ ਨਹੀਂ ਮੰਨਣੀ। ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਚਾਹੀਦਾ ਸਾਨੂੰ। ਜੇ ਕਿਤੇ ਵਿਸਰਾਮ ਗਲਤ ਲੱਗ ਜਾਵੇ ਨਾ ਗੁਰਮੁਖੋ, ਫਿਰ ਕਈ ਦਫਾ ਫਿਰ ਅਨਰਥ ਹੋ ਜਾਂਦਾ ਹੈ, ਅਰਥ ਨਹੀਂ ਹੁੰਦਾ। ਇਸ ਕਰਕੇ ਇੱਥੇ ਧਿਆਨ ਰੱਖਣਾ ਵੀ ਮੰਨੈ, ਇੱਥੇ ਵਿਸਰਾਮ ਲੱਗਣਾ। ਮੰਨੈ ਸੁਰਤ ਹੋਵੈ ਮਨ ਬੁੱਧ। ਜਿਹੜਾ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨ ਤੋਂ ਬਾਅਦ ਮੰਨਣ ਦੀ ਅਵਸਥਾ ਵਿੱਚ ਆ ਜਾਂਦਾ ਹੈ, ਮੰਨਣ ਕਰ ਲੈਂਦਾ ਹੈ ਤੇ ਉਹ ਸੁਰਤ ਹੋਵੇ ਮਨ ਬੁੱਧ। ਤੇ ਉਹਦੀ ਬੁੱਧੀ ਦੇ ਵਿੱਚ, ਉਹਦੀ ਮੱਤ ਦੇ ਵਿੱਚ, ਉਹਦੀ ਅਕਲ ਦੇ ਵਿੱਚ ਸੁਰਤੀਆਂ ਦਾ ਗਿਆਨ ਹੋ ਜਾਂਦਾ ਹੈ। ਇੱਕ ਗੱਲ ਹੋਰ ਧਿਆਨ 'ਚ ਰੱਖਿਓ ਜੀ, ਜਿਹੜੀ ਬੁੱਧ ਹੈ ਨਾ ਭਾਈ, ਇਹ ਸਾਨੂੰ ਸੰਸਾਰ ਵਿੱਚ ਆ ਕੇ ਮਿਲਦੀ ਹੈ। ਮਨ ਅਤੇ ਬੁੱਧ ਇਹ ਦੋ ਤਲ ਨੇ ਸਾਡੇ ਅੰਦਰ ਦੇ। ਥੋੜ੍ਹਾ ਜਦੋਂ ਆਪਾਂ ਇਕਾਗਰਤਾ ਨੂੰ ਰੱਖਾਂਗੇ ਨਾ ਜੀ, ਮਨ ਟਿਕਾ ਕੇ ਸੁਣਾਂਗੇ, ਫਿਰ ਸਾਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ। ਅਗਰ ਅਸੀਂ ਮਨ ਨਹੀਂ ਟਿਕਾਵਾਂਗੇ ਤੇ ਫਿਰ ਸਰਵਣ ਕਰਦਿਆਂ ਕਰਦਿਆਂ ਮਨ ਥੋੜ੍ਹਾ ਬਹੁਤਾ ਵੀ ਸੁਰਤ ਥੋੜ੍ਹੀ ਬਹੁਤੀ ਵੀ ਇੱਧਰ ਉੱਧਰ ਹੋ ਜਾਏ, ਫਿਰ ਉਹ ਸਾਰੀ ਗੱਲ ਸਮਝ ਨਹੀਂ ਪੈਂਦੀ। ਇਸ ਕਰਕੇ ਥੋੜ੍ਹੀ ਇਕਾਗਰਤਾ ਟਿਕਾਓ ਜ਼ਰੂਰੀ ਹੈ। ਜਿਹੜਾ ਮਨ ਹੈ ਤੇ ਬੁੱਧ, ਸਾਡੇ ਸਰੀਰ ਦੇ ਦੋ ਤਲ ਨੇ, ਮਨ ਅਤੇ ਬੁੱਧ, ਹਿਰਦਾ ਤੇ ਬੁੱਧ ਕਹਿ ਸਕਦੇ ਹਾਂ। ਜਿਹੜਾ ਹਿਰਦਾ ਹੈ ਇਹ ਸਾਨੂੰ ਰੱਬੀ ਦਾਤ ਹੈ, ਮਤਲਬ ਜਨਮ ਦੇ ਨਾਲ ਮਿਲੀ ਹੈ। ਤੇ ਜਿਹੜੀ ਬੁੱਧ ਹੁੰਦੀ ਹੈ ਨਾ ਭਾਈ, ਉਹ ਸਾਨੂੰ ਸੰਸਾਰ ਦੇ ਵਿੱਚ ਆ ਕੇ ਮਿਲਦੀ ਹੈ। ਕਿ ਜਨਮ ਲੈਣ ਵਾਲੇ ਸਾਨੂੰ ਪਤਾ ਸੀ ਵੀ ਅਸੀਂ ਮੁਸਲਮਾਨ ਹਾਂ ਜਾਂ ਸਿੱਖ ਹਾਂ ਜਾਂ ਈਸਾਈ ਹਾਂ ਜਾਂ ਜੈਨੀ ਹਾਂ ਜਾਂ ਬੋਧੀ ਹਾਂ ਜਾਂ ਪਾਰਸੀ ਹਾਂ। ਬੱਚੇ ਨੂੰ ਕੋਈ ਪਤਾ ਤਾਂ ਨਹੀਂ ਹੁੰਦਾ। ਕਈ ਵਾਰੀ ਬੱਚਾ ਤੇ ਸੱਪ ਨੂੰ ਵੀ ਹੱਥ ਪਾ ਲੈਂਦਾ ਹੈ, ਉਹਨੂੰ ਥੋੜ੍ਹਾ ਪਤਾ ਵੀ ਇਹ ਜ਼ਹਿਰੀਲਾ ਹੈ, ਇਹਨੇ ਕੱਟਣਾ ਹੈ। ਬੱਚੇ ਨੂੰ ਨਹੀਂ ਪਤਾ ਕਈ ਦਫਾ ਜਦੋਂ ਜਨਮ ਹੁੰਦਾ ਹੈ ਤੇ ਬੱਚੇ ਨੂੰ ਕੋਈ ਦੁਸ਼ਮਣ ਵੀ ਚੱਕ ਸਕਦਾ ਹੈ। ਆ ਪਿੱਛੇ ਜੇ ਇੱਕ ਖਬਰ ਲੱਗੀ ਸੀ, ਕਹਿੰਦੇ ਨੇ ਇੱਕ ਹਸਪਤਾਲ ਦੇ ਵਿੱਚ ਬੱਚੇ ਨੇ ਜਨਮ ਲਿਆ ਤੇ ਉੱਥੇ ਹੀ ਨਾਲ ਕਿਸੇ ਹੋਰ ਬੱਚੇ ਨੇ ਜਨਮ ਲਿਆ ਸੀ। ਉਹ ਕੁਦਰਤੀ ਗੱਲ ਇਹ ਬਣੀ ਕਿ ਉਹ ਜਿਹੜਾ ਉੱਥੇ ਸਟਾਫ ਸੀ, ਉਸ ਪਰਿਵਾਰ ਦਾ ਕੋਈ ਜਾਣਕਾਰੀ ਸੀ, ਇੱਕ ਬੱਚੇ ਨੇ ਇੱਕ ਭੈਣ ਦੀ ਕੁੱਖ ਤੋਂ ਧੀ ਨੇ ਜਨਮ ਲਿਆ
ਦੂਜੀ ਭੈਣ ਦੀ ਕੁੱਖ ਤੋਂ ਪੁੱਤਰ ਨੇ ਜਨਮ ਲਿਆ। ਉਹ ਕਹਿੰਦੇ ਉੱਥੇ ਬੇਈਮਾਨੀ ਆ ਗਈ। ਹਸਪਤਾਲ ਦੀ ਇਹ ਖਬਰ ਲੱਗੀ ਸੀ ਭਾਈ, ਹੋ ਸਕਦਾ ਝੂਠੀ ਹੋਵੇ ਜਾਂ ਸੱਚੀ ਹੋਵੇ, ਲੇਕਿਨ ਅਖਬਾਰ ਦੀ ਖਬਰ ਸੀ ਕਿ ਉਹਨਾਂ ਨੇ ਕੀ ਕੀਤਾ, ਲੜਕਾ ਜਿਹੜੇ ਪਾਸੇ ਹੋਇਆ ਸੀ ਉੱਧਰ ਕੁੜੀ ਪਾ ਦਿੱਤੀ, ਲੜਕੀ ਪਾਤੀ, ਅਤੇ ਜਿਹੜੇ ਪਾਸੇ ਲੜਕੀ ਹੋਈ ਸੀ ਅਤੇ ਉੱਧਰ ਬੱਚਾ ਲੜਕਾ ਪਾਤਾ। ਹੁਣ ਉਹਨਾਂ ਬੱਚਿਆਂ ਨੂੰ ਇਹ ਥੋੜ੍ਹਾ ਪਤਾ ਸੀ ਵੀ ਆਹ ਬੱਚੇ ਆਹ ਮਾਂ ਨੇ ਸਾਨੂੰ ਜਨਮ ਦਿੱਤਾ। ਹੁਣ ਉਹ ਤਾਂ ਵਿਚਾਰੇ ਚੁੱਕ ਕੇ ਜਿੱਧਰ ਜਿੱਧਰ ਪਾ ਦਿੱਤੇ ਉੱਧਰ ਹੀ ਮਾਂ ਸਮਝਦੇ ਹੋਣਗੇ। ਇਸ ਕਰਕੇ ਜਿਹੜੀ ਬੁੱਧ ਹੈ ਉਹ ਸਾਨੂੰ ਸੰਸਾਰ ਦੇ ਵਿੱਚ ਮਿਲਦੀ ਹੈ। ਸਾਨੂੰ ਸਮਝਾਇਆ ਜਾਂਦਾ ਹੈ ਅਸੀਂ ਸਿੱਖ ਹਾਂ, ਸਾਨੂੰ ਸਮਝਾਇਆ ਜਾਂਦਾ ਹੈ ਅਸੀਂ ਮੁਸਲਮਾਨ ਹਾਂ। ਬੱਚੇ ਦੇ ਜਨਮ ਤੋਂ ਬਾਅਦ ਉਹਨੂੰ ਸਮਝਾਏ ਜਾਂਦੇ ਰੀਤ ਰਿਵਾਜ ਵੀ ਆਹ ਹਿੰਦੂ ਧਰਮ ਦੇ ਨੇ। ਫਿਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਉਹ ਆਪਣੇ ਆਪ ਨੂੰ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਜਾਂ ਈਸਾਈ ਸਮਝਦਾ ਜਾਂਦਾ ਹੈ। ਜਿਹੜੀ ਬੁੱਧ ਹੈ, ਇੱਕ ਗੱਲ ਹੋਰ ਇੱਥੇ ਧਿਆਨ ਨਾਲ ਸੁਣਿਓ, ਬੁੱਧ ਦੇ ਵਿੱਚ ਕਦੇ ਸ਼ਰਧਾ ਨਹੀਂ ਹੁੰਦੀ। ਜਿਹੜੀ ਸ਼ਰਧਾ ਹੁੰਦੀ ਹੈ ਨਾ ਜੀ, ਤੇ ਉਹ ਹੁੰਦੀ ਹੈ ਹਿਰਦੇ ਵਿੱਚ। ਜਿਹੜੀ ਸ਼ਰਧਾ ਹੁੰਦੀ ਹੈ ਉਹ ਹੁੰਦੀ ਹੈ ਹਿਰਦੇ ਵਿੱਚ। ਬੁੱਧ ਦੇ ਵਿੱਚ ਕਦੇ ਸ਼ਰਧਾ ਨਹੀਂ ਹੁੰਦੀ, ਬੁੱਧ ਦੇ ਵਿੱਚ ਕਦੇ ਪ੍ਰੇਮ ਨਹੀਂ ਹੁੰਦਾ। ਬੁੱਧ ਦੇ ਵਿੱਚ ਕੇਵਲ ਤੇ ਕੇਵਲ ਤਰਕ ਹੁੰਦਾ ਹੈ, ਸ਼ੰਕਾ ਹੁੰਦਾ ਹੈ। ਕਈ ਵਾਰੀ ਆਪਣੀ ਬੁੱਧੀ ਦੇਖੋ ਕਿਸੇ ਦੂਸਰੇ ਦੇ ਤਰਕ ਕਰਦੀ ਹੈ ਵੀ ਇਹਨੇ ਆਹ ਕੀ ਕੀਤਾ, ਇਹ ਤਾਂ ਮਤਲਬ ਅਸੀਂ ਬੁੱਧੀ ਵਰਤ ਰਹੇ ਹਾਂ। ਜੇ ਤੇ ਗੁਰੂ ਕਿਰਪਾ ਕਰੇ ਹਿਰਦੇ 'ਚ ਸ਼ਰਧਾ ਆ ਜਾਂਦੀ ਹੈ, ਲੇਕਿਨ ਬੁੱਧੀ ਵਿੱਚ ਤੇ ਹਮੇਸ਼ਾ ਤਰਕ ਹੈ, ਬੁੱਧੀ ਵਿੱਚ ਹਮੇਸ਼ਾ ਪ੍ਰਸ਼ਨ ਹੈ, ਬੁੱਧੀ ਵਿੱਚ ਹਮੇਸ਼ਾ ਸ਼ੰਕਾ ਹੈ, ਕਿਉਂਕਿ ਉਹ ਸੰਸਾਰ ਦੀ ਦਿੱਤੀ ਹੋਈ ਬੁੱਧੀ ਹੈ, ਸੰਸਾਰ ਦੀ ਦਿੱਤੀ ਹੋਈ ਮੱਤ ਹੈ। ਖੈਰ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਮੰਨਣ ਦੀ ਅਵਸਥਾ ਵਿੱਚ ਆ ਜਾਂਦੇ ਨੇ ਅਤੇ ਉਹਨਾਂ ਮੰਨਣ ਦੀ ਅਵਸਥਾ ਵਾਲਿਆਂ ਨੂੰ ਸਾਰੀਆਂ ਸੁਰਤੀਆਂ ਦਾ ਗਿਆਨ ਹੋ ਜਾਂਦਾ ਹੈ। ਸੁਰਤੀ ਕਹਿੰਦੇ ਨੇ ਸ਼ਾਸਤਰਾਂ ਨੂੰ, ਵੇਦਾਂ ਨੂੰ। ਉਹਨਾਂ ਨੂੰ ਸਿਮਰਤੀਆਂ ਦਾ, ਧਾਰਮਿਕ ਗ੍ਰੰਥਾਂ ਦਾ ਗਿਆਨ ਆ ਜਾਂਦਾ ਹੈ। ਮੰਨੈ ਸੁਰਤ ਹੋਵੈ ਮਨ ਬੁੱਧ। ਉਹਨਾਂ ਦੀ ਜਿਹੜੀ ਮਨ ਅਤੇ ਬੁੱਧੀ ਹੈ ਉਹਦੇ ਵਿੱਚ ਸੁਰਤੀਆਂ ਦਾ ਗਿਆਨ ਦਾ ਵਾਸਾ ਹੋ ਜਾਂਦਾ ਹੈ। ਮੰਨਣ ਕਰਕੇ ਹੀ ਪਤਾ ਲੱਗਦਾ ਹੈ ਜੀ ਇਹ ਸਾਰਾ ਕੁਝ। ਹੁਣ ਜੇ ਆਪਾਂ ਕਹੀਏ ਭਗਤ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਕਿੰਨਾ ਗਿਆਨ ਹੈ ਉਸ ਬਾਣੀ ਦੇ ਅੰਦਰ। ਅਤੇ ਭਗਤ ਕਬੀਰ ਜੀ ਤਾਂ ਉੱਦਾਂ ਹੀ ਨੀਚ ਘਰਾਣੇ ਦੇ ਸਨ, ਕਿਉਂਕਿ ਉਦੋਂ ਇਹ ਉੱਚ ਨੀਚ ਜਾਤ ਪਾਤ ਦਾ ਵਿਤਕਰਾ ਸੀ। ਸਵਰਨ ਜਾਤੀ ਵਾਲਿਆਂ ਨੇ ਤੇ ਭਗਤ ਕਬੀਰ ਜੀ ਨੂੰ ਮੰਦਰ ਵਿੱਚ ਨਹੀਂ, ਦਿਵਰੇ ਵਿੱਚ ਨਹੀਂ ਵੜਨ ਦਿੱਤਾ। ਅਤੇ ਗਿਆਨ ਦੀ ਜੇ ਗੱਲ ਕਰੀਏ ਤਾਂ ਕਿੰਨਾ ਗਿਆਨ ਭਗਤ ਕਬੀਰ ਜੀ। ਭਗਤ ਨਾਮਦੇਵ ਜੀ ਕਿਹੜੇ ਵਿਦਿਆਲੇ ਦੇ ਵਿੱਚ, ਕਿਹੜੇ ਮੰਦਰ ਦੇ ਵਿੱਚ ਪੜ੍ਹਨ ਗਏ ਸਨ, ਉਹਨਾਂ ਨੂੰ ਤੇ ਮੰਦਰ 'ਚੋਂ ਚੁੱਕ ਕੇ ਬਾਹਰ ਸੁੱਟ ਦਿੱਤਾ ਸੀ। ਆਪਾਂ ਪੜ੍ਹਦੇ ਹਾਂ ਉਹਨਾਂ ਦਾ ਜੀਵਨ। ਭਗਤ ਨਾਮਦੇਵ ਜੀ ਵਰਗਾ ਗਿਆਨ ਕਿਹਦੇ ਕੋਲ ਹੈ? ਕਿਉਂ? ਕਿਉਂਕਿ ਉਹਨਾਂ ਨੇ ਉਸ ਵਾਹਿਗੁਰੂ ਦੇ ਮੰਨਣ ਨੂੰ ਚੇਤੇ ਕਰ ਲਿਆ, ਉਹਨਾਂ ਨੇ ਉਸ ਪਰਮਾਤਮਾ ਨੂੰ ਮੰਨ ਲਿਆ, ਅਤੇ ਮੰਨਣ ਕਰਕੇ ਉਹ ਇੰਨਾ ਕੁ ਗਿਆਨ ਹੋ ਗਿਆ ਕਿ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥ ਤੇ ਉਹਨਾਂ ਦੀ ਸੁਰਤ ਵਿੱਚ ਆ ਗਏ ਨੇ। ਮੰਨੈ ਸਾਗਲ ਭਾਵਨ ਕੀ ਸੁਧ। ਪਹਿਲਾ ਅਰਥ, ਜਿਹਦੀ ਸੁਰਤ ਉੱਚੀ ਹੋ ਜਾਵੇ। ਮੰਨਣ ਕਰਕੇ ਸੁਰਤ ਉੱਚੀ ਹੋ ਗਈ ਨਾ ਭਾਈ, ਮੰਨਣ ਕਰਕੇ ਸੁਰਤ ਉੱਚੀ ਹੋ ਗਈ। ਅਤੇ ਜਿਹਦੀ ਸੁਰਤ ਉੱਚੀ ਹੋ ਜਾਂਦੀ ਹੈ ਅਤੇ ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਭਵਨ ਆ ਜਿੰਨੇ ਵੀ ਖੰਡਾਂ ਬ੍ਰਹਿਮੰਡਾਂ ਦੀ ਸੋਝੀ ਹੋ ਜਾਂਦੀ ਹੈ। ਮੰਨਣ ਕਰਨ ਵਾਲਿਆਂ ਦਾ, ਮੰਨਣ ਦੀ ਅਵਸਥਾ ਵਿੱਚ ਪੁੱਜਣ ਵਾਲਿਆਂ ਨੂੰ ਸਾਰੇ ਭਵਨਾਂ ਦੀ ਸੋਝੀ, ਉਹਨਾਂ ਨੂੰ ਪਤਾ ਹੋ ਜਾਂਦਾ ਹੈ ਕਿਹੜੇ ਭਵਨ 'ਤੇ ਕੀ ਹੁੰਦਾ ਹੈ, ਕਿਹੜੇ ਭਵਨ 'ਤੇ ਕੀ ਹੁੰਦਾ ਹੈ। ਮੰਨਣ ਕਰਨ ਵਾਲਿਆਂ ਇਹ ਗ੍ਰੰਥ ਨੇ ਜੀ।
ਐਵੇਂ ਹੀ ਸਾਨੂੰ ਕਿਵੇਂ ਪਤਾ ਲੱਗ ਗਿਆ ਵੀ ਚੰਦਰਮਾ ਕਿੰਨੀ ਦੂਰ ਹੈ? ਤਾਂ ਚਲੋ ਸਾਇੰਸ ਨੇ ਤੇ ਅੱਜ ਤਰੱਕੀ ਕੀਤੀ ਹੈ, ਹਜ਼ਾਰਾਂ ਸਾਲ ਪਹਿਲਾਂ ਜਿਹੜੇ ਨੇ ਉਹ ਗ੍ਰੰਥ ਲਿਖੇ ਨੇ। ਉਹਨਾਂ ਨੂੰ ਕਿਵੇਂ ਪਤਾ ਲੱਗਿਆ? ਉਦੋਂ ਕਿਹੜੇ ਰੌਕਟ ਸਨ ਕਿ ਉਹ ਮੰਗਲ ਗ੍ਰਹਿ 'ਤੇ ਜਾਂ ਸ਼ਨੀ ਗ੍ਰਹਿ 'ਤੇ ਜਾ ਆਏ? ਨਹੀਂ ਭਾਈ, ਜਿਹੜੇ ਵਾਹਿਗੁਰੂ ਨੂੰ ਮੰਨਣ ਕਰ ਲੈਂਦੇ ਹਨ ਅਤੇ ਮੰਨਣ ਕਰਨ ਵਾਲਿਆਂ ਨੂੰ ਸਾਰੇ ਭਵਨਾਂ ਦੀ ਸੋਝੀ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿਹੜੇ ਭਵਨ 'ਤੇ ਕੀ ਵਰਤਾਰਾ ਵਰਤਦਾ ਪਿਆ, ਪਤਾ ਲੱਗ ਜਾਂਦਾ ਹੈ। ਦੂਜਾ ਅਰਥ ਭਵਨ, ਭਵਨ ਮੈਨੇ ਘਰ, ਅਤੇ ਘਰ ਕਿੰਨੇ ਨੇ ਭਾਈ? ਭਵਨ ਦਾ ਅੱਖਰੀ ਅਰਥ ਆਪਾਂ ਜੇਕਰ ਘਰ ਬਣਾਈਏ ਤਾਂ ਘਰ ਕਿੰਨੇ ਨੇ? ਹਰ ਰੋਜ਼ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ ਜੀ, ਜਿਹੜੇ ਬਾਣੀ ਪੜ੍ਹਦੇ ਨੇ ਨਾ ਉਹਨਾਂ ਨੂੰ ਪਤਾ ਵੀ ਕਿੰਨੇ ਘਰ ਨੇ। ਦੂਜਿਆਂ ਨੂੰ ਜਿਹਨਾਂ ਬਾਣੀ ਨਹੀਂ ਪੜ੍ਹਨੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਘਰ ਕੀ ਨੇ। ਹਰ ਰੋਜ਼ ਪੜ੍ਹਦੇ ਹਾਂ ਨਾ, 6 ਘਰ 6 ਗੁਰ 6 ਉਪਦੇਸ਼, 6 ਘਰ ਮਹਿਜ 6 ਸ਼ਾਸਤਰ। ਜਿਹੜੇ ਉਸ ਵਾਹਿਗੁਰੂ ਨੂੰ ਮੰਨਣ ਵਾਲੇ ਨੇ, ਜਿਨ੍ਹਾਂ ਨੇ ਮੰਨਣ ਅਵਸਥਾ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਉਹਨਾਂ ਨੂੰ 6 ਘਰ ਅਥਵਾ 6 ਸ਼ਾਸਤਰਾਂ ਦਾ ਗਿਆਨ ਹੋ ਗਿਆ। ਉਹਨਾਂ ਦੀ ਸੁਰਤ ਦੇ ਵਿੱਚ 6 ਸ਼ਾਸਤਰ ਬਹੁਤ ਵੱਡੇ ਗਿਆਨ ਦੀ ਸਮਰੱਥਾ ਰੱਖਦੇ ਨੇ ਜੀ। 6 ਸ਼ਾਸਤਰ ਠੀਕ ਹੈ। ਕਈ ਵਾਰੀ ਅੱਜ ਕੱਲ੍ਹ ਅਸੀਂ ਸਾਰੇ ਹੀ ਧਾਰਮਿਕ ਗ੍ਰੰਥਾਂ ਦਾ ਖੰਡਨ ਕਰਦੇ ਜਾਂਦੇ ਹਾਂ ਵੀ ਆ ਸਾਨੂੰ ਕੀ ਮਤਲਬ ਕਿਸੇ ਗ੍ਰੰਥ ਨਾਲ, ਸਾਡੇ ਕੋਲ ਗੁਰਬਾਣੀ ਦਾ ਖਜ਼ਾਨਾ ਹੈ। ਇਹ ਗੱਲ ਸੱਚ ਹੈ ਵੀ ਸਾਡੇ ਕੋਲ ਗੁਰਬਾਣੀ ਦਾ ਖਜ਼ਾਨਾ ਹੈ। ਇਹ ਗੱਲ ਸੱਚ ਹੈ ਕਿ ਦੁਨੀਆ ਦਾ ਕੋਈ ਵੀ ਗ੍ਰੰਥ ਗੁਰਬਾਣੀ ਦੀ ਬਰਾਬਰਤਾ ਨਹੀਂ ਕਰ ਸਕਦਾ। ਇਹ ਗੱਲ ਸੱਚ ਹੈ ਕਿ ਗੁਰਬਾਣੀ ਸਾਨੂੰ ਉਸ ਵਾਹਿਗੁਰੂ ਦੇ ਵਿੱਚ ਅਭੇਦ ਕਰ ਦਿੰਦੀ ਹੈ। ਪਰ ਸੱਚ ਇਹ ਵੀ ਹੈ ਕਿ ਅਸੀਂ ਕਿਸੇ ਧਾਰਮਿਕ ਗ੍ਰੰਥ ਦੀ ਆਲੋਚਨਾ ਵੀ ਨਹੀਂ ਕਰ ਸਕਦੇ। ਗੁਰੂ ਸਾਹਿਬ ਦੇ ਬਚਨ ਨੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਵੇਦਾਂ ਕਤੇਬਾਂ ਨੂੰ ਐਵੇਂ ਹੀ ਨਾ ਝੂਠੇ ਕਿਹਾ ਕਰੋ ਵੀ ਬਸ ਝੂਠਾ ਤੇ ਉਹ ਹੈ ਜਿਹੜਾ ਉਹਨਾਂ ਦੀ ਸਹੀ ਵਿਚਾਰ ਨਹੀਂ ਕਰਦਾ। ਇਸ ਕਰਕੇ 6 ਘਰ ਮਹਿਜ 6 ਸ਼ਾਸਤਰਾਂ ਦਾ ਗਿਆਨ ਉਹਨਾਂ ਨੂੰ ਹੋ ਜਾਂਦਾ ਹੈ ਅਤੇ ਜਿਹੜੇ ਰੱਬ ਦੇ ਪਿਆਰੇ ਮੰਨਣ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਅਗਲਾ ਅਰਥ ਕਰ ਸਕਦੇ ਹਾਂ, ਮੰਨੈ ਸਗਲ ਭਵਨ ਕੀ ਸੁਧ। ਵੈਸੇ ਤਾਂ ਜੀ ਕਮਾਈ ਵਾਲੇ ਗੁਰਮੁਖ ਨਾ ਕਈ ਵਾਰੀ 50-50 ਅਰਥ ਕਰ ਜਾਂਦੇ ਨੇ। ਜਿੰਨੀ ਡੂੰਘੀ ਚੁੱਭੀ ਕੋਈ ਮਾਰ ਸਕਦਾ ਗੁਰਬਾਣੀ ਦੇ ਵਿੱਚ, ਓਨੇ ਹੀ ਹੀਰੇ ਮੋਤੀ ਲੱਭ ਲਏਗਾ। ਮੰਨੈ ਸਗਲ ਭਵਨ ਕੀ ਸੁਧ, ਜਿਹੜੇ ਮੰਨਣ ਅਵਸਥਾ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹਰ ਪਾਸੇ ਵਾਹਿਗੁਰੂ ਦਾ ਵਾਸਾ ਹੈ। ਉਹ ਸਮਝ ਜਾਂਦੇ ਨੇ ਕਿ ਚੀਂਟੀ ਤੇ ਕੁੰਚਰ ਅਸਥੂਲਾ। ਇਹ ਅਰਥ ਵੀ ਮਹਾਂਪੁਰਖਾਂ ਨੇ ਕੀਤਾ ਹੈ। ਮੰਨੈ ਸਗਲ ਭਵਨ ਕੀ ਸੁਧ, ਆ ਜਿਹੜੇ ਬਾਹਰੀ ਤੌਰ 'ਤੇ ਭਵਨ ਨੇ ਨਾ ਭਾਈ, ਇਹਨਾਂ ਨੂੰ ਖੋਜ ਕਰਨ ਵਾਸਤੇ ਕੋਈ ਜ਼ਰੂਰੀ ਨਹੀਂ ਵੀ ਉਹ ਰੱਬ ਦੇ ਪਿਆਰੇ ਕਿਧਰੇ ਕੋਈ ਪਲਾਟ ਵਿੱਚ ਗਏ ਹੋਣ। ਨਹੀਂ, ਉਹਨਾਂ ਨੇ ਆਪਣੇ ਅੰਦਰ ਨੂੰ ਖੋਜ ਲਿਆ ਅਤੇ ਜਿਹੜਾ ਕੁਝ ਅੰਦਰ ਹੈ ਅਤੇ ਉਹੀ ਬਾਹਰ ਹੈ। ਭਗਤ ਪੀਪਾ ਜੀ ਦਾ ਵਚਨ ਆਉਂਦਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਆਪਾਂ ਬਾਹਰ ਵੇਖਦੇ ਹਾਂ ਨਾ ਵੀ ਕਿੰਨੇ ਬ੍ਰਹਿਮੰਡ ਨੇ, ਕਿੰਨੇ ਇੱਥੇ ਆਕਾਸ਼ ਨੇ। ਇਹ ਸਾਰਾ ਕੁਝ ਸਾਡੀ ਦੇਹੀ ਵਿੱਚ ਹੈ ਭਾਈ। ਇਹ ਸਾਰਾ ਕੁਝ ਸਾਡੇ ਹਿਰਦੇ ਦੇ ਤਲ 'ਤੇ ਹੈ ਅਤੇ ਜਿਹਨੇ ਅੰਦਰ ਦੀ ਖੋਜ ਕੀਤੀ ਉਹਨੂੰ ਬਾਹਰ ਵੀ ਪਤਾ ਲੱਗ ਜਾਂਦਾ ਹੈ। ਅਤੇ ਸੱਚ ਜਾਣਿਓ, ਜਿਹੜਾ ਵਾਹਿਗੁਰੂ ਨੂੰ ਮੰਨਣ ਕਰਨ ਵਾਲਾ ਹੈ, ਮੰਨਣ ਦੀ ਅਵਸਥਾ ਵਿੱਚ ਪੁੱਜ ਜਾਏ, ਉਹ ਅੰਦਰ ਦੀ ਖੋਜ ਕਰ ਲੈਂਦਾ, ਉਹਨੂੰ ਪਤਾ ਲੱਗ ਜਾਂਦਾ। ਫਿਰ ਉਹਨੂੰ ਸਾਰੇ ਭਵਨਾਂ ਦੀ ਸੋਝੀ ਆ ਜਾਂਦੀ। ਉਹਨੂੰ ਪਤਾ ਲੱਗ ਜਾਂਦਾ ਕਿ ਹਰ ਥਾਂ 'ਤੇ ਉਹ ਪਰਮੇਸ਼ਰ ਵਾਹਿਗੁਰੂ ਵਿਆਪਕ ਹੈ। ਅਤੇ ਫਿਰ ਮੰਨਣ ਦੀ ਅਵਸਥਾ ਕਰਨ ਵਾਲੇ ਹੀ ਕਹਿੰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਮੰਨਣ ਦੀ ਅਵਸਥਾ ਕਰਨ ਵਾਲਿਆਂ ਨੂੰ ਸਾਰੇ ਭਵਨਾਂ ਦੀ ਸੋਝੀ ਆ ਜਾਂਦੀ ਹੈ, ਸੁਰਤ ਆ ਜਾਂਦੀ ਹੈ। ਮੰਨੈ ਮੋਹਿ ਚੋਟਾਂ ਨਾ ਖਾਏ। ਜਿਹੜੇ ਮੰਨਣ ਦੀ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਮੋਹਿ, ਪਹਿਲਾ ਅਰਥ ਮੋਹਿ ਦਾ ਕਰਨਾ ਹੈ ਮੁਖ। ਮੰਨੈ ਮੋਹਿ ਚੋਟਾਂ ਨਾ ਖਾਏ। ਜਿਹੜੇ ਮੰਨਣ ਦੀ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਫਿਰ ਉਹ ਆਪਣੇ ਮੁਖ ਤੇ ਜਮਾਂ ਦੀਆਂ ਚੋਟਾਂ ਨਹੀਂ ਸਹਾਰਦੇ। ਜਮਾਂ ਦੀਆਂ ਚੋਟਾਂ ਲੱਗਦੀਆਂ ਭਾਈ। ਆਪਾਂ ਪੜ੍ਹਦੇ ਹਾਂ ਨਾ ਭਗਤ ਫਰੀਦ ਜੀ ਦਾ ਬਚਨ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ। ਇਹ ਚੋਟਾਂ ਨੇ ਭਾਈ ਜਮਾਂ ਦੀਆਂ। ਇਹ ਜਮਾਂ ਦੀਆਂ ਚੋਟਾਂ ਨੇ। ਜਿਹੜੇ ਰੱਬ ਦੇ ਪਿਆਰੇ ਨੇ, ਫਿਰ ਉਹਨਾਂ ਨੂੰ ਜਮਾਂ ਦੀਆਂ ਚੋਟਾਂ ਨਹੀਂ ਸਹਾਰਨੀਆਂ ਪੈਂਦੀਆਂ। ਦੂਜਾ ਅਰਥ, ਚੋਟਾਂ ਮਹਿਜ ਦਾਗ। ਤੇ ਜਿਹੜੇ ਮੰਨਣ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਉਹਨਾਂ ਦੇ ਮੁਖ ਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਲੱਗਦਾ, ਦੋਸ਼ ਨਹੀਂ ਲੱਗਦਾ। ਤੇ ਜਿਹਦੇ ਮੁਖ ਤੇ ਦੋਸ਼ ਹੋਵੇ, ਜਿਹਦੇ ਮੁਖ ਤੇ ਦਾਗ ਹੋਵੇ, ਉਹਨੂੰ ਰੱਬ ਦੇ ਘਰ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਆਪਾਂ ਵੇਖਦੇ ਹਾਂ ਜੀ, ਆਪਾਂ ਇੱਥੇ ਕਿਤੇ ਖੜੇ ਹੋਈਏ ਕੋਈ ਮਹਿਫਲ ਦੇ ਵਿੱਚ, ਇੱਥੇ ਹੀ ਲਾ ਲਓ, ਆਪਾਂ ਬੈਠੇ ਹਾਂ ਸਾਰੇ, ਤੇ ਇੱਥੇ ਕੋਈ ਇਨਸਾਨ ਬਹੁਤੀ ਗੰਦੀ ਬਿਰਤੀ ਵਾਲਾ ਆ ਜਾਏ ਤੇ ਆਪਾਂ ਉਹਨੂੰ ਬਾਹਰ ਕੱਢਾਂਗੇ। ਜਿਹਦੇ ਤੇ ਕੋਈ ਗੰਦਗੀ ਦੇ ਦਾਗ ਲੱਗੇ ਹੋਣ, ਉਹਨੂੰ ਆਪਾਂ ਇੱਥੇ ਥੋੜ੍ਹਾ ਬਿਠਾਵਾਂਗੇ। ਆਪਣੇ ਘਰ ਦੀ ਮਹਿਫਲ ਦੇ ਵਿੱਚ ਕਿਸੇ ਤੇ ਗੰਦੇ ਦਾਗ ਲੱਗੇ ਹੋਣ, ਗੰਦਗੀ ਦੇ ਦਾਗ ਲੱਗੇ ਹੋਣ, ਤੇ ਉਹਨੂੰ ਆਪਾਂ ਬਿਠਾਵਾਂਗੇ ਥੋੜ੍ਹਾ। ਤੇ ਜਿਹਦੇ ਗੰਦਗੀ ਦਾ ਦਾਗ ਲੱਗਿਆ ਹੋਵੇ ਤੇ ਉਹਨੂੰ ਕਹਾਂਗੇ ਭਾਈ ਸਫਾਈ ਕਰ, ਸਾਫ਼ ਕੱਪੜੇ ਪਾ। ਇੱਥੇ ਕਿਤੇ ਆਪਾਂ ਵੇਖਦੇ ਹਾਂ ਕਿਧਰੇ ਕੋਈ ਭਿਖਾਰੀ ਜ਼ਿਆਦਾ ਗੰਦੇ ਕੱਪੜੇ, ਦੇਖੋ ਜੀ, ਜੇ ਤੇ ਕੋਈ ਵੈਸੇ ਹੀ ਰੱਬ ਦਾ ਮਾਰਿਆ, ਉਹ ਤੇ ਵੱਖਰੀ ਗੱਲ ਹੈ। ਕੋਈ ਸ਼ਰਾਬੀ ਕਬਾਬੀ ਡਿੱਗਦਾ ਫਿਰਦਾ ਹੋਵੇ, ਗੰਦਗੀ ਵਿੱਚ ਰਿੜਿਆ ਹੋਵੇ, ਕਿਤੇ ਨਸ਼ਾ ਪੱਤਾ ਖਾ ਕੇ, ਤੇ ਉਹਨੂੰ ਆਪਾਂ ਗਲਵੱਕੜੀ ਥੋੜ੍ਹਾ ਪਾਵਾਂਗੇ, ਆਪਾਂ ਕਹਾਂਗੇ ਸ਼ਰਾਬੀ ਹੈ। ਇਸੇ ਤਰ੍ਹਾਂ ਜਿਹਦੇ ਤੇ ਦਾਗ ਲੱਗੇ ਹੋਣ, ਦੋਸ਼ ਲੱਗੇ ਹੋਣ, ਤੇ ਉਹਨੂੰ ਸੱਚ ਦੀ ਦਰਗਾਹ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ। ਗੁਰੂ ਨਾਨਕ ਦੇਵ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਹਾਂ, ਦਾਗ ਦੋਸ ਮੋਹਿ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਆਉਂਦਾ ਹੈ ਨਾ ਜੀ ਭਾਈ ਗੁਰੂ ਪਾਤਸ਼ਾਹ ਦਾ ਬਚਨ। ਜਿਹਦੇ ਮੁਖ ਤੇ ਦਾਗ ਲੱਗੇ ਹੋਣ, ਜਿਹਦੇ ਮੁਖ ਤੇ ਦੋਸ਼ ਲੱਗੇ ਹੋਣ, ਤੇ ਉਸ ਨੂੰ ਦਰਗਾਹ ਦੇ ਵਿੱਚ ਬੈਠਿਆ ਨਹੀਂ ਜਾ ਦਿੱਤਾ ਜਾਂਦਾ। ਇਹ ਆਪਾਂ ਦੂਜਾ ਅਰਥ ਕੀਤਾ ਹੈ ਕਿ ਮੰਨੈ ਮੋਹਿ ਚੋਟਾਂ ਨਾ ਖਾਏ। ਮੰਨਣ ਦੀ ਅਵਸਥਾ ਕਰਨ ਵਾਲਾ ਮੁਖ ਤੇ ਦਾਗ ਨਹੀਂ ਲਗਾਏਗਾ, ਕਿਉਂਕਿ ਉਹਨੇ ਗਲਤ ਕੰਮ ਕਰਨਾ ਹੀ ਨਹੀਂ। ਮੰਨਣ, ਆਪਾਂ ਪਹਿਲੀ ਪੌੜੀ ਦੇ ਵਿੱਚ ਵਿਚਾਰਿਆ ਸੀ ਵੀ ਜਿਹੜਾ ਮੰਨਣ ਵਾਲਾ ਹੈ ਨਾ ਭਾਈ, ਮੰਨਣ ਵਾਲੇ ਦੀ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ। ਮੰਨਣ ਵਾਲੇ ਨੂੰ ਸਾਗਲ ਭਵਨ ਕੀ ਸੋਝੀ ਹੋ ਜਾਂਦੀ ਹੈ। ਇਹ ਅਰਥ ਵੀ ਮਹਾਂਪੁਰਖ ਕਰਦੇ ਸੀ, ਸਾਗਲ ਭਵਨ ਕੀ ਸੁੱਧ। ਜਿਹੜਾ ਮੰਨਣ ਵਾਲਾ ਹੈ ਨਾ ਭਾਈ, ਉਹਨੂੰ ਸਾਰੇ ਘਰ ਮਹਿਜ ਸਾਡੇ ਜਨਮਾਂ ਜਨਮਾਤਰਾਂ ਦੀ ਸੋਝੀ ਹੋ ਜਾਂਦੀ। ਉਹਨੂੰ ਪਤਾ ਲੱਗ ਜਾਂਦਾ ਮੈਂ ਪਿੱਛੇ ਕਿੰਨੇ ਕੁ ਜਨਮ ਭੋਗ ਕੇ ਆਇਆ ਹੈ, ਅੱਗੇ ਕਿੰਨੇ ਕੁ ਜਨਮ ਭੋਗਣੇ ਨੇ, ਉਹਨੂੰ ਪਤਾ ਲੱਗ ਜਾਂਦਾ। ਜਿਹਨੂੰ ਪਤਾ ਲੱਗ ਗਿਆ ਨਾ ਕਿ ਆਹ ਮਨੁੱਖਾ ਸਰੀਰ ਮੈਨੂੰ ਇੰਨੇ ਘਰ ਇੰਨੇ ਜਨਮ ਭੁਗਤ ਕੇ ਮਿਲਿਆ ਹੈ, ਤੇ ਬਸ ਫਿਰ ਉਹ ਗਲਤ ਕੰਮ ਨਹੀਂ ਕਰੇਗਾ। ਉਹ ਤੇ ਇਹੀ ਕਹੇਗਾ, ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਜਿਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਗਈ ਤੇ ਉਹਨੂੰ ਦਾਗ ਕਿਵੇਂ ਲੱਗੇਗਾ? ਉਹਨੇ ਗਲਤ ਕੰਮ ਕਰਨਾ ਹੀ ਨਹੀਂ ਕੋਈ।
ਤੇ ਜਿਹਨੂੰ ਦਾਗ ਲੱਗਿਆ ਨਾ ਭਾਈ, ਤੇ ਯਾਦ ਰੱਖਿਓ ਉਹਨੂੰ ਸੱਚ ਦੀ ਦਰਗਾਹ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਨਾ ਸਾਨੂੰ ਸਿੱਖ ਰਹਿਤ ਮਰਿਆਦਾ ਗੁਰੂ ਸਾਹਿਬ ਨੇ ਸਾਨੂੰ ਆਹ ਸਿਧਾਂਤ ਬਖਸ਼ੇ ਨੇ। ਆਪਣੇ ਜੀਵਨ 'ਤੇ, ਆਪਣੇ ਕੈਰੀਅਰ 'ਤੇ, ਆਪਣੇ ਮਨ 'ਤੇ ਕਿਸੇ ਤਰ੍ਹਾਂ ਦਾ ਦਾਗ ਨਾ ਲੱਗੇ। ਸਾਨੂੰ ਹਮੇਸ਼ਾ ਗੁਰਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ। ਗੁਰਬਾਣੀ ਸਾਨੂੰ ਦਾਗ ਨਹੀਂ ਲੱਗਣ ਦੇਵੇਗੀ। ਪਰ ਜਿਹੜੇ ਬਾਣੀ ਪੜ੍ਹ ਕੇ ਮੰਨਣ ਕਰ ਲੈਂਦੇ ਨੇ ਤੇ ਉਹਨਾਂ ਦੇ ਦਾਗ ਧੋਏ ਵੀ ਜਾਂਦੇ ਨੇ ਭਾਈ। ਇਸ ਕਰਕੇ ਮੰਨੈ ਮੋਹਿ ਚੋਟਾਂ ਨਾ ਖਾਏ। ਦੂਸਰਾ ਅਰਥ ਆਪਾਂ ਕੀਤਾ ਵੀ ਭਾਈ ਜਿਹੜੇ ਮੰਨਣ ਦੀ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦਾਗ ਨਹੀਂ ਲੱਗਦਾ। ਤੀਜਾ ਅਰਥ, ਵੈਸੇ ਮਨ ਤੇ ਇਹ ਹੁੰਦਾ ਵੀ ਆਪਾਂ ਗੁਰੂ ਸਾਹਿਬ ਜੀ ਦੀ ਜਿੰਨੀ ਕੁ ਬਖਸ਼ਿਸ਼ ਹੁੰਦੀ ਹੈ ਆਪਾਂ ਓਨੀ ਬਖਸ਼ਿਸ਼ ਲੈ ਲਈਏ, ਹੋਰ ਅਰਥ ਕਰੀਏ, ਹੋਰ ਅਰਥ ਕਰੀਏ। ਚਲੋ ਸਮਾਂ ਵੀ ਸੀਮਿਤ ਹੁੰਦਾ ਹੈ। ਤੀਜਾ ਅਰਥ, ਮੰਨੈ ਮੋਹਿ ਚੋਟਾਂ ਨਾ ਖਾਏ। ਇੱਥੇ ਮੋਹੇ ਦਾ ਅਰਥ ਕਰਨਾ ਜੀ ਚੁਰਾਉਣਾ। ਜੇ ਮੁਹਾਕਾ ਘਰ ਮੋਹੈ, ਘਰ ਮੈਂ ਪਿਤਰੀ ਦੇ ਮੋਹੈ, ਚੁਰਾ ਲੈਣਾ, ਖੋਹ ਲੈਣਾ। ਇਹ ਵੀ ਅਰਥ ਮਹਾਂਪੁਰਖਾਂ ਨੇ ਕੀਤੇ ਨੇ ਭਾਈ। ਮੰਨੈ ਮੋਹੇ ਚੋਟਾਂ ਨਾ ਖਾਏ। ਮੋਹੇ ਦਾ ਅਰਥ ਕਰਨਾ ਚੁਰਾ ਲੈਣਾ। ਜਿੱਦਣ ਤੈਨੂੰ ਜਮਦੂਤ ਲੈ ਕੇ ਜਾਣਗੇ ਤੇ ਤੇਰੇ ਕਰਮਾਂ ਨੂੰ ਤੇਰੇ ਕੋਲੋਂ ਖੋਣਗੇ ਤੇ ਤੇਰੇ ਤੇ ਫਿਰ ਦਾਗ ਲੱਗਣਗੇ। ਆ ਜਿਹੜੇ ਕਰਮ ਨੇ ਨਾ ਭਾਈ, ਗੁਰੂ ਅਰਜਨ ਦੇਵ ਸਾਹਿਬ ਦਾ ਬਚਨ ਆਉਂਦਾ ਹੈ, ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾਗਾਤੀ ਲੂਟੈ। ਜਾਗਾਤੀ ਕਹਿੰਦੇ ਨੇ ਰਸਤੇ ਦਾ ਟੈਕਸ। ਬਿਲਕੁਲ ਸੌਖੇ ਪੰਜਾਬੀ ਵਿੱਚ ਸਮਝਣ ਵਾਸਤੇ ਆਪਾਂ ਅਰਥ ਕਰ ਲਈਏ, ਜਦੋਂ ਕਿਤੇ ਕੋਈ ਪੁਲਿਸ ਵਾਲੇ ਕਿਸੇ ਦੋਸ਼ੀ ਨੂੰ ਫੜ ਕੇ ਲੈ ਕੇ ਜਾਂਦੇ ਨੇ, ਉਹਨੂੰ ਹੱਥ ਕੜੀਆਂ ਵੀ ਲਾ ਲੈਂਦੇ ਨੇ। ਕਿਧਰੇ ਕੋਈ ਕੋਰਟ 'ਚ ਤਰੀਕ 'ਤੇ ਲੈ ਕੇ ਜਾਣਾ ਹੈ, ਕਿਧਰੇ ਕਿਤੇ ਵੀ ਲੈ ਕੇ ਜਾਣਾ, ਜਾਂ ਉਹਦੇ ਕੋਲ ਜੋ ਉਹਦਾ ਸਮਾਨ ਹੁੰਦਾ ਹੈ ਤੇ ਉਹ ਸਾਰਾ ਉਹਦੇ ਤੋਂ ਲੈ ਲੈਂਦੇ ਨੇ, ਸਾਰਾ ਸਮਾਨ ਲੈ ਲੈਂਦੇ ਨੇ। ਇੱਥੋਂ ਤੱਕ ਵੀ ਚਲੋ ਪੰਜੇ ਉਂਗਲਾਂ ਵੈਸੇ ਕੋਸਾਰ ਤੇ ਨਹੀਂ ਹੁੰਦੀਆਂ, ਇੱਥੋਂ ਤੱਕ ਵੀ ਆਪਾਂ ਵੇਖਦੇ ਹਾਂ ਵੀ ਕਿਸੇ ਦੋਸ਼ੀ ਨੂੰ ਕਿਤੇ ਕੋਰਟ 'ਚ ਤਰੀਕ 'ਤੇ ਲੈ ਕੇ ਜਾਣਾ ਹੈ ਤੇ ਉਹ ਰਸਤੇ ਦੇ ਵਿੱਚ ਜਿਹੜਾ ਖਰਚਾ ਹੁੰਦਾ ਹੈ, ਮਾਨੋ ਕਿਤੇ ਚਾਹ ਪਾਣੀ ਪੀਣਾ, ਰੋਟੀ ਖਾਣੀ ਹੈ, ਉਸ ਫੜੇ ਹੋਏ ਬੰਦੇ ਦੀ ਜੇਬ ਵਿੱਚੋਂ ਖਰਚਾ ਹੁੰਦਾ ਹੈ। ਪੁਲਿਸ ਵਾਲੇ ਕਹਿੰਦੇ ਲਿਆ ਤੇ ਸਾਨੂੰ ਵੀ ਚਾਹ ਪਿਲਾ, ਉਹਦੀ ਜੇਬ 'ਚ ਮਾਇਆ ਕੱਢ ਲਈ ਜਾਂਦੀ ਹੈ। ਹੁਣ ਜੇਕਰ ਕੋਈ ਇਨਸਾਨ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹ ਪੜ੍ਹਿਆ ਹੋਇਆ, ਉਹਦੇ ਕੋਲ ਕੋਈ ਵਿੱਦਿਆ ਹੈ, ਉਹਦੇ ਕੋਲ ਆਤਮਿਕ ਧਨ ਹੈ, ਉਹ ਤੇ ਨਹੀਂ ਨਾ ਚੁਰਾ ਸਕਣਗੇ। ਬਿਲਕੁਲ ਇਸੇ ਤਰ੍ਹਾਂ ਜਦੋਂ ਸਾਨੂੰ ਜਿਹੜੇ ਜਮਦੂਤ ਲੈ ਕੇ ਜਾਣਗੇ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਤੇ ਆ ਜਿਹੜੇ ਥੋੜ੍ਹੇ ਮੋਟੇ ਕਰਮ ਸਾਡੇ ਕੀਤੇ ਹੁੰਦੇ ਨੇ, ਉਹਨਾਂ ਨੇ ਰਸਤੇ 'ਚ ਕਹਿ ਲੈਣਾ ਲਿਆ ਬਈ ਸਾਨੂੰ ਦੇ ਕਰਮ ਤੇਰੇ। ਫਿਰ ਉਹ ਕਰਮ ਰਸਤੇ 'ਚ ਖੋਹ ਲੈਂਦੇ ਨੇ ਤੇ ਜਦੋਂ ਤੱਕ ਅਸੀਂ ਧਰਮਰਾਜ ਦੀ ਕਚਹਿਰੀ ਵਿੱਚ ਜਾਵਾਂਗੇ ਉਦੋਂ ਤੱਕ ਬਿਲਕੁਲ ਖਾਲੀ ਹੋਵਾਂਗੇ, ਕਰਮਾਂ ਤੋਂ ਵੀ ਸੱਖਣੇ ਹੋਵਾਂਗੇ। ਆ ਜਿਹੜੇ ਦਿਸਣ ਵਾਲੇ ਕਰਮ ਹੁੰਦੇ ਨੇ ਨਾ, ਵੀ ਮੈਂ ਦਾਨ ਕੀਤਾ, ਮੈਂ ਪੁੰਨ ਕੀਤਾ, ਮੈਂ ਤੀਰਥ ਯਾਤਰਾ ਕੀਤੀ, ਇਹ ਕਰਮ ਵੀ ਜਿਹੜੇ ਸਾਡੇ ਲੁੱਟੇ ਜਾ ਸਕਦੇ ਨੇ। ਇਸ ਕਰਕੇ ਆ ਅਰਥ ਵੀ ਇਹ ਕਰਨਾ ਹੈ, ਮੰਨੈ ਮੋਹੇ ਚੋਟਾਂ ਨਾ ਖਾਏ। ਜਿਹੜੇ ਰੱਬ ਦੇ ਪਿਆਰੇ ਮੰਨਣ ਦੀ ਅਵਸਥਾ ਵਿੱਚ ਆ ਜਾਂਦੇ ਨੇ ਤੇ ਜਮਦੂਤ ਉਹਨਾਂ ਕੋਲੋਂ ਕੁਝ ਚੁਰਾ ਨਹੀਂ ਸਕਦੇ, ਕੁਝ ਖੋਹ ਨਹੀਂ ਸਕਦੇ, ਤੇ ਉਹਨਾਂ ਨੂੰ ਜਮਦੂਤਾਂ ਦੀਆਂ ਸੱਟਾਂ ਹੀ ਨਹੀਂ ਸਹਾਰਨੀਆਂ ਪੈਣਗੀਆਂ। ਪਤਾ ਕਿਉਂ? ਕਿਉਂਕਿ ਮੰਨੈ ਜਮ ਕੈ ਸਾਥ ਨਾ ਜਾਏ। ਹੁਣ ਖੋਣਗੇ ਤਾਂ ਜਮਦੂਤ ਉਹਨਾਂ ਕੋਲੋਂ ਤਾਂ ਜੇ ਉਹਨਾਂ ਦੇ ਰਸਤੇ 'ਤੇ ਤੁਰਨਗੇ। ਮੰਨਣ ਦੀ ਅਵਸਥਾ ਕਰਨ ਵਾਲਿਆਂ ਨੇ ਜਮਦੂਤਾਂ ਕੋ ਜਾਣਾ ਹੀ ਕੋਈ ਨਹੀਂ। ਮੰਨਣ ਦੀ ਅਵਸਥਾ ਕਰਨ ਵਾਲੇ ਜਮਦੂਤਾਂ ਦੇ ਮਾਰਗ 'ਤੇ ਜਾਂਦੇ ਨਹੀਂ, ਕਿਉਂਕਿ ਜਾਣਗੇ ਉਹ ਜਿਨ੍ਹਾਂ ਦਾ ਲੇਖਾ ਲਿਖਿਆ ਹੈ। ਮੰਨਣ ਕਰਨ ਵਾਲਿਆਂ ਦਾ ਲੇਖਾ ਹੀ ਨਹੀਂ, ਉਹਨਾਂ ਨੂੰ ਕੀ ਕੰਮ ਧਰਮਰਾਜ ਕੋਲ। ਮੰਨਣ ਕਰਨ ਵਾਲੇ ਜਿਹੜੇ ਵਾਹਿਗੁਰੂ ਨੂੰ ਮੰਨ ਲੈਂਦੇ ਨੇ ਭਾਈ, ਬਾਣੀ ਨੂੰ ਮੰਨ ਲੈਂਦੇ ਨੇ, ਨਾਮ ਨੂੰ ਮੰਨ ਲੈਂਦੇ ਨੇ, ਤੇ ਉਹਨਾਂ ਨੂੰ ਜਮਦੂਤਾਂ ਦੇ ਰਸਤੇ 'ਤੇ ਜਾਣ ਦੀ ਲੋੜ ਹੀ ਨਹੀਂ ਹੈ। ਤੇ ਫਿਰ ਚੋਟਾਂ ਕਿੱਥੋਂ ਖਾਣਗੇ? ਚੋਟਾਂ ਤਾਂ ਹੀ ਖਾਣਗੇ ਨਾ ਜੇ ਜਾਣਗੇ ਉਹਨਾਂ ਦੇ ਰਸਤੇ 'ਤੇ।
ਤੇ ਰੱਬ ਦੇ ਪਿਆਰੇ ਮੰਨਣ ਕਰਨ ਵਾਲਿਆਂ ਦੇ ਤੇ ਨੇੜੇ ਨਹੀਂ ਆਉਂਦੇ ਜਮਦੂਤ। ਆਪਾਂ ਨਿਤਨੇਮ ਕਰਦੇ ਹਾਂ ਨਾ ਸ਼ਾਮ ਦਾ ਭਾਈ, ਪੜ੍ਹਦੇ ਹੀ ਹਾਂ ਕਿ ਨਿਕਟ ਨਾ ਜਾਈ ਉਹ ਦੂਤ, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਠਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਜਿਹੜੇ ਕੀਰਤਨ ਦਾ ਆਹਾਰ ਕਰਦੇ ਨੇ, ਮੰਨਣ ਕਰ ਲੈਂਦੇ ਨੇ, ਉਹਨਾਂ ਦੇ ਨੇੜੇ ਨਾ ਹੋਣਾ ਤੂੰ ਨਹਿ ਛੁਟ, ਨਿਕਟ ਨਾ ਜਾਈ ਉਹ ਦੂਤ। ਜਮਦੂਤ ਉਹਨਾਂ ਦੇ ਨੇੜੇ ਨਹੀਂ ਜਾਂਦੇ, ਉਹਨਾਂ ਨੇ ਜਮ ਦੇ ਮਾਰਗ ਤੇ ਤੁਰਨਾ ਹੀ ਕੋਈ ਨਹੀਂ, ਉਹਨਾਂ ਨੇ ਜਮਾਂ ਨਾਲ ਉਹਨਾਂ ਦਾ ਮਤਲਬ ਹੀ ਨਹੀਂ, ਤੇ ਫਿਰ ਚੋਟਾਂ ਕਿੱਥੋਂ ਖਾ ਲੈਣਗੇ। ਇਸ ਕਰਕੇ ਜਿਹੜੇ ਮੰਨਣ ਦੀ ਅਵਸਥਾ ਵਾਲੇ ਨੇ ਤੇ ਮੰਨਣ ਦੀ ਅਵਸਥਾ ਕਰਨ ਵਾਲਿਆਂ ਨੂੰ ਜਮਦੂਤਾਂ ਦੇ ਮਾਰਗ ਤੇ ਨਹੀਂ ਤੁਰਨਾ ਪੈਂਦਾ। ਮੰਨਣ ਦੀ ਅਵਸਥਾ ਕਰਨ ਵਾਲਿਆਂ ਨੂੰ ਜਮਦੂਤਾਂ ਦੇ ਨਾਲ ਜਾਣ ਦੀ ਲੋੜ ਨਹੀਂ ਹੈ। ਤੇ ਜਮਦੂਤਾਂ ਦੇ ਨਾਲ ਕੌਣ ਜਾਂਦੇ ਨੇ ਜੀ? ਸਾਖਤ, ਜਿਹੜੇ ਮੰਨਣ ਤੋਂ ਸਖਣੇ ਨੇ। ਤੇ ਉਹਨਾਂ ਨੂੰ ਹੀ ਮੌਤ ਦਾ ਡਰ ਹੈ। ਰੱਬ ਦੇ ਪਿਆਰਿਆਂ ਨੂੰ ਮੌਤ ਦਾ ਕਾਹਦਾ ਡਰ ਭਾਈ? ਰੱਬ ਦੇ ਪਿਆਰੇ ਨਹੀਂ ਡਰਦੇ ਕਦੀ ਮੌਤ ਤੋਂ। ਉਹਨਾਂ ਨੂੰ ਪਤਾ ਹੈ ਉਹਨਾਂ ਦਾ ਤੇ ਲੇਖਾ ਜੋਖਾ ਹੀ ਨਹੀਂ ਹੋਣਾ। ਉਹਨਾਂ ਨੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਣਾ ਹੁੰਦਾ ਹੈ। ਤੇ ਜ਼ਰੂਰੀ ਨਹੀਂ ਹੈ ਕਿ ਰੱਬ ਦੇ ਪਿਆਰੇ ਕਿਤੇ ਜਾ ਕੇ ਅਭੇਦ ਹੋਣਗੇ, ਨਹੀਂ। ਉਹ ਤਾਂ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹਨਾਂ ਨੇ ਜਦੋਂ ਇਸ ਸਰੀਰ ਰੂਪ ਚੋਲੇ ਨੂੰ ਬਦਲਿਆ, ਉਹਨਾਂ ਨਾਲ ਦੀ ਨਾਲ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਾ। ਉਹਨਾਂ ਨੂੰ ਧਰਮਰਾਜ ਕੋਲ ਕੋਈ ਕੰਮ ਨਹੀਂ ਹੈ। ਇਸ ਕਰਕੇ ਮੰਨਣ ਦੀ ਅਵਸਥਾ ਵਾਲਿਆਂ ਨੂੰ ਜਮਾਂ ਦੇ ਮਾਰਗ ਤੇ ਨਹੀਂ ਤੁਰਨਾ ਪੈਂਦਾ। ਮੰਨਣ ਦੀ ਅਵਸਥਾ ਕਰਨ ਵਾਲਿਆਂ ਨੂੰ ਜਮਾਂ ਦੇ ਮਾਰਗ ਤੇ ਨਹੀਂ ਤੁਰਨਾ ਪੈਂਦਾ। ਇਸ ਕਰਕੇ ਐਸਾ ਨਾਮ ਨਿਰੰਜਨ ਹੋਏ। ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਤੇ ਉਹ ਨਿਰੰਜਨ ਹੈ। ਨਿਰੰਜਨ ਬੜਾ ਨਿਰਲੇਪ ਹੈ, ਵੱਖਰਾ ਹੈ। ਉਹਨੂੰ ਕੋਈ ਦਾਗ ਨਹੀਂ ਲੱਗਦਾ, ਕੋਈ ਲੇਪ ਨਹੀਂ ਹੈ। ਇਸ ਕਰਕੇ ਜੇ ਕੋ ਮਨ ਜਾਣੈ ਮਨ ਕੋਏ, ਉਸ ਵਾਹਿਗੁਰੂ ਦੀ ਨਿਰਲੇਪਤਾ ਨੂੰ ਉਹ ਜਾਣਦੇ ਨੇ ਜਿਹੜੇ ਮੰਨਣ ਦੀ ਅਵਸਥਾ ਵਿੱਚ ਆ ਜਾਂਦੇ ਨੇ। ਇਸ ਕਰਕੇ ਐ ਮਨ, ਤੂੰ ਵੀ ਮੰਨਣ ਦੀ ਅਵਸਥਾ ਵਿੱਚ ਆ। ਗੁਰਬਾਣੀ ਨੂੰ ਸੁਣ ਕੇ ਆਪਾਂ ਵਿਚਾਰਾਂ ਦੇ ਤਲ ਤੇ ਨਹੀਂ ਤੈਰਨਾ। ਆਪਾਂ ਨੂੰ ਸ਼ਰਵਣ ਕਰਨ ਤੋਂ ਬਾਅਦ ਮੰਨਣ ਦੀ ਜ਼ਰੂਰਤ ਹੈ। ਆ ਕਈ ਵਾਰੀ ਆਪਾਂ ਪੜ੍ਹਦੇ ਹਾਂ ਨਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਬਹੁਤ ਲੋਕ ਕਹਿੰਦੇ ਜੀ ਬਾਣੀ ਸੁਣਦਿਆਂ ਨਿਤਨੇਮ ਕਰਦਿਆਂ ਕਿੰਨੇ ਸਾਲ ਹੋ ਗਏ, ਗੱਲ ਤੇ ਬਣੀ ਨਹੀਂ ਕੋਈ। ਤੇ ਸਾਡਾ ਚੰਮ ਹੀ ਨਿਤਨੇਮ ਕਰਦਾ ਰਿਹਾ ਭਾਈ, ਮੰਨਣ ਤੇ ਕੀਤਾ ਹੀ ਨਹੀਂ। ਆ ਸਾਡਾ ਸਰੀਰ ਹੀ ਨਿਤਨੇਮ ਕਰਦਾ ਰਿਹਾ, ਮੰਨਣ ਤੇ ਕੀਤਾ ਹੀ ਨਹੀਂ। ਤੇ ਇਸ ਕਰਕੇ ਗੁਰੂ ਪਾਤਸ਼ਾਹ ਸਾਨੂੰ ਇਹ ਬਚਨ ਕਰਦੇ ਨੇ ਕਿ ਭਾਈ ਮੰਨਣ ਦੀ ਅਵਸਥਾ ਵਿੱਚ ਆ। ਤੇ ਜੇ ਮੰਨਣ ਦੀ ਅਵਸਥਾ ਵਿੱਚ ਆਏਗਾ ਤੇ ਫਿਰ ਤੇਰੇ ਦੁੱਖ ਰੋਗ ਸੰਤਾਪ ਸਭ ਕੁਝ ਖਤਮ ਹੋ ਜਾਣਾ। ਤੂੰ ਬਹੁਤ ਉਸ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਵੇਗਾ। ਇਸ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਨਾਂ ਸਿੱਧਾਂ ਨੂੰ ਸਮਝਾ ਰਹੇ ਨੇ ਕਿ ਆ ਜਿਹੜੇ ਸੁਰਤੀਆਂ ਦਾ ਗਿਆਨ, ਧਾਰਮਿਕ ਵੇਦਾਂ ਸ਼ਾਸਤਰਾਂ ਦਾ ਗਿਆਨ, ਖੰਡਾਂ ਬ੍ਰਹਿਮੰਡਾਂ ਦਾ ਗਿਆਨ, ਆਪਣੇ ਸਰੀਰ ਦਾ ਗਿਆਨ, ਤੇ ਇਹ ਸਾਰਾ ਕੁਝ ਮੰਨਣ ਦੀ ਅਵਸਥਾ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਜੇ ਸ਼ਰਵਣ ਕਰਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਤਾਂ ਗੁਰੂ ਪਾਤਸ਼ਾਹ ਕਹਿੰਦੇ ਮੰਨਣ ਵੀ ਕਰ, ਫਿਰ ਤੈਨੂੰ ਆਹ ਸਾਰਾ ਕੁਝ ਪ੍ਰਾਪਤ ਹੋਵੇਗਾ ਜੋ ਆਪਾਂ ਵਿਚਾਰ ਕਰ ਰਹੇ ਹਾਂ। ਇਸ ਕਰਕੇ ਹਮੇਸ਼ਾ ਗੁਰੂ ਅੱਗੇ ਫਰਿਆਦ ਕਰੀਏ, ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਮੰਨਣ ਦੀ ਅਵਸਥਾ ਪ੍ਰਾਪਤ ਹੋ ਜਾਵੇ। ਵੱਧ ਚੜ੍ਹ ਕੇ ਸੰਗਤ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਤੇ ਅਗਲੀ ਪੌੜੀ ਹੈ ਮੰਨੈ ਮਾਰਗ ਠਾਕ ਨਾ ਪਾਏ। ਇਹ ਆਪਾਂ ਕੱਲ੍ਹ ਵਿਚਾਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਬੋਲਦਿਆਂ ਚਲਦਿਆਂ ਬੇਅੰਤ ਭੁੱਲਾਂ, ਗੁਰੂ ਔਰ ਗੁਰੂ ਕੀ ਸੰਗਤ ਖਿਮਾ ਜੋਗ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।